ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੁਰਪ੍ਰੀਤ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਆਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਟਰੰਪ ਦੇ ਯੂ ਟਰਨ ਤੇ ਕਮਲਾ ਹੈਰਿਸ ਨੂੰ ਆਇਆ ਗੁੱਸਾ, ਪੇਸ਼ਕਸ਼ ਨੂੰ ਠੁਕਰਾਇਆ। ਇਜ਼ਰਾਈਲ ਤੇ ਈਰਾਨ ਦੇ ਹਮਲੇ ਤੋਂ ਪਹਿਲਾਂ ਅਮਰੀਕਾ ਨੇ ਦਿਖਾਈ ਤਾਕਤ। ਅਮਰੀਕਾ ਰਾਸ਼ਟਰਪਤੀ ਚੋਣਾਂ 'ਚ ਨਿਵੇਸ਼ ਫਰਮਾਂ ਦਾ ਟਰੰਪ ਨੂੰ ਵੱਡਾ ਸਮਰਥਨ। ਅਮਰੀਕਾ ਵਿੱਚ ਯਹੂਦੀ ਦੇ ਘਰ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਸ਼ੱਕੀ ਦੋਸ਼ੀ ਵਿਰੁੱਧ ਨਫ਼ਰਤੀ ਅਪਰਾਧ ਤਹਿਤ ਕਾਰਵਾਈ। SpaceX ਦਾ ਵੱਡਾ ਕਾਰਨਾਮਾ, 23 ਸਟਾਰਲਿੰਕ ਸੈਟੇਲਾਈਟ ਸਫਲਤਾਪੂਰਵਕ ਕੀਤੇ ਲਾਂਚ। ਅਮਰੀਕਾ 'ਚ ਪੁਤਿਨ ਵੱਲੋਂ ਕੈਦੀਆਂ ਦੀ ਅਦਲਾ ਬਦਲੀ ਤੇ ਕੀਤੇ ਸੌਦੇ ਬਾਰੇ ਟਰੰਪ ਦਾ ਬਿਆਨ ਆਇਆ ਸਾਹਮਣੇ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕੀ ਰਾਸ਼ਟਰਪਤੀ ਚੋਣਾਂ 2024 ਲਈ ਨਵੰਬਰ 'ਚ VOTING ਹੋਣੀ ਹੈ, ਪਰ ਇਸ ਤੋਂ ਪਹਿਲਾਂ ਅਮਰੀਕਾ ਦੇ ਨੇਤਾ ਹਰ ਰੋਜ਼ ਆਪਣੀ ਗੱਲ ਬਦਲ ਰਹੇ ਹਨ। ਇਸ ਦੌਰਾਨ ਕਮਲਾ ਹੈਰਿਸ ਨੇ ਆਪਣੇ ਵਿਰੋਧੀ ਡੋਨਾਲਡ ਟਰੰਪ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਦਰਅਸਲ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਅਹੁਦੇ ਦੀ ਬਹਿਸ ਨੂੰ ਫੋਕਸ ਨਿਊਜ਼ ਤੇ ਲਿਜਾਣ ਦੇ ਡੋਨਾਲਡ ਟਰੰਪ ਦੇ ਸੁਝਾਅ ਨੂੰ ਰੱਦ ਕਰ ਦਿੱਤਾ। ਟਰੰਪ ਅਤੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਮਈ ਦੇ ਮਹੀਨੇ ਦੋ ਬਹਿਸਾਂ ਲਈ ਸਹਿਮਤ ਹੋਏ ਸਨ। ਪਹਿਲੀ ਬਹਿਸ ਜੂਨ ਵਿੱਚ CNN ਉੱਤੇ ਹੋਣੀ ਸੀ, ਜਦਕਿ ਦੂਜੀ ਬਹਿਸ ABC ਨਿਊਜ਼ ਉੱਤੇ 10 ਸਤੰਬਰ ਨੂੰ ਹੋਣੀ ਸੀ। ਪਰ ਇਸ ਦੌਰਾਨ ਬਾਈਡਨ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋ ਗਏ। ਲੋਕਾਂ ਨੇ ਬਾਈਡਨ ਨੂੰ ਚੋਣ ਦੇ ਲਈ ਕਮਜ਼ੋਰ ਕਿਹਾ, ਜਿਸ ਤੋਂ ਬਾਅਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਐਲਾਨ ਕੀਤਾ ਗਿਆ। ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ 10 ਸਤੰਬਰ ਨੂੰ ABC ਨਿਊਜ਼ ਬਹਿਸ ਤੋਂ ਪਿੱਛੇ ਹਟ ਗਏ ਹਨ। ਉਹਨਾਂ ਨੇ ਸ਼ਨੀਵਾਰ ਨੂੰ ਐਲਾਨ ਕੀਤਾ। ਇਸ ਮਾਮਲੇ ਤੇ ਹੈਰਿਸ ਨਾਰਾਜ਼ ਹੈ। ਹੁਣ ਕਮਲਾ ਹੈਰਿਸ ਨੇ ਫੋਕਸ ਨਿਊਜ਼ ਤੇ 4 ਸਤੰਬਰ ਨੂੰ ਹੋਣ ਵਾਲੀ ਬਹਿਸ 'ਚ ਹਿੱਸਾ ਲੈਣ ਦੀ ਟਰੰਪ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਇਹ ਬਹਿਸ ਪੈਨਸਿਲਵੇਨੀਆ ਵਿੱਚ ਹੋਣੀ ਸੀ। ਕਮਲਾ ਹੈਰਿਸ ਨੇ ਟਵਿੱਟਰ ਤੇ ਕਿਹਾ ਕਿ ਉਹ 10 ਸਤੰਬਰ ਦੀ ਪਹਿਲਾਂ ਤੋਂ ਤੈਅ ਤਰੀਕ ਤੇ ਟਰੰਪ ਨਾਲ ਬਹਿਸ ਕਰਨ ਲਈ ਤਿਆਰ ਹੈ। ਟਰੰਪ ਤੇ ਚੁਟਕੀ ਲੈਂਦਿਆਂ ਹੈਰਿਸ ਨੇ ਲਿਖਿਆ, ਇਹ ਦਿਲਚਸਪ ਹੈ ਕਿ ਕਿਵੇਂ ਕੋਈ ਵੀ ਸਮਾਂ, ਕੋਈ ਵੀ ਸਥਾਨ, ਇੱਕ ਖਾਸ ਸਮਾਂ, ਇੱਕ ਖਾਸ ਸੁਰੱਖਿਅਤ ਸਥਾਨ ਬਣ ਜਾਂਦਾ ਹੈ। ਮੈਂ 10 ਸਤੰਬਰ ਨੂੰ ਉੱਥੇ ਪਹੁੰਚਾਂਗੀ। ਮੈਨੂੰ ਉਮੀਦ ਹੈ ਕਿ ਟਰੰਪ ਵੀ ਉੱਥੇ ਹੋਣਗੇ। ईरान की राजधानी तेहरान च हमास नेता इस्माइल हानिया की हत्या तो बाद पश्चिमी एशिया जंग के कंढे ते खड़ा है। स्थिति किसी भी समय बिगड़ सकती है। यही कारण है कि अमरीका ने हुण अपनी पूरी ताकत वरत ली है। अमरीकी विदेश मंत्री ने G7 देशों के विदेश मंत्रियों के नाल गलबात की। पश्चिमी एशिया च तनाव घट करन ते विदेश मंत्रियों विचाले गलबात हुई। अमरीका के विदेश मंत्री एंटनी ब्लिंकन ने G7 के विदेश मंत्रियों नाल गलबात की। मध्य पूर्व च संघर्ष ਨੂੰ ਵਧਣ ਤੋਂ ਰੋਕਣ ਲਈ ਕੂਟਨੀਤਿਕ ਯਤਨਾਂ ਤੇ ਚਰਚਾ ਕੀਤੀ। ਵਿਦੇਸ਼ ਮੰਤਰੀਆਂ ਨੇ ਇਜ਼ਰਾਈਲ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਅਤੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਗਈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੈਬਨਿਟ ਦੀ ਬੈਠਕ ਵਿੱਚ ਕਿਹਾ ਕਿ ਇਜ਼ਰਾਈਲ ਪਹਿਲਾਂ ਹੀ ਈਰਾਨ ਅਤੇ ਉਸਦੇ ਸਹਿਯੋਗੀਆਂ ਦੇ ਨਾਲ ਬਹੁਪੱਖੀ ਯੁੱਧ ਵਿੱਚ ਹੈ। ਅਮਰੀਕਾ ਅਤੇ ਸਹਿਯੋਗੀ ਦੇਸ਼ ਇਜ਼ਰਾਈਲ ਦੀ ਸੁਰੱਖਿਆ ਲਈ ਤਿਆਰ ਹਨ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਕਿਸੇ ਵੀ ਸਥਿਤੀ ਲਈ ਤਿਆਰ है। अमरीकी राष्ट्रपति चोणां 'ਚ रिपब्लिकन उम्मीदवार डोनाल्ड ट्रंप इन्वेस्टमेंट मतलब निवेश ਅਤੇ ਸਿਕਿਉਰਿਟੀਜ਼ ਫਰਮਾਂ ਦੀ ਪਸੰਦ ਬਣ ਗਏ ਹਨ। ਟਰੰਪ ਨੂੰ ਹੁਣ ਤੱਕ ਇਤੋਂ 955 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ, ਜਦਕਿ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਨਿਵੇਸ਼ ਫਰਮਾਂ ਤੋਂ ਸਿਰਫ 163 ਕਰੋੜ ਰੁਪਏ ਮਿਲੇ ਹਨ। ਟਰੰਪ ਨੂੰ ਇਸ ਖੇਤਰ ਤੋਂ 5 ਗੁਣਾ ਜ਼ਿਆਦਾ ਚੰਦਾ ਮਿਲਿਆ ਹੈ। ਰਿਟਾਇਰਡ ਲੋਕਾਂ ਨੇ ਵੀ ਦਾਨ ਦੇ ਮਾਮਲੇ 'ਚ ਟਰੰਪ ਨੂੰ ਚੁਣਿਆ ਹੈ। ਟਰੰਪ ਨੂੰ ਸੇਵਾ ਮੁਕਤ ਲੋਕਾਂ ਤੋਂ 775 ਕਰੋੜ ਰੁਪਏ ਮਿਲੇ ਹਨ, ਜਦਕਿ ਕਮਲਾ ਨੂੰ 183 ਕਰੋੜ ਰੁਪਏ ਦਾ ਚੰਦਾ ਮਿਲਿਆ। ਇਸ ਦਾ ਮੁੱਖ ਕਾਰਨ ਟਰੰਪ ਦੀਆਂ ਸੱਜੇ ਪੱਖੀ ਰਾਸ਼ਟਰਵਾਦੀ ਨੀਤੀਆਂ ਲਈ ਸੇਵਾ ਮੁਕਤ ਲੋਕਾਂ ਦਾ ਸਮਰਥਨ ਹੈ ਔਰ ਟਰੰਪ ਦੇ ਰਿਟਾਇਰਮੈਂਟ ਲਾਭ ਟੈਕਸ ਕਟੌਤੀ ਦੇ ਵੱਡੇ ਸਮਰਥਕਾਂ ਵਿੱਚੋਂ ਉਭਰੇ ਹੋਏ ਹਨ। ਕਮਲਾ ਹੈਰਿਸ ਨੂੰ ਨੌਕਰੀ ਪੇਸ਼ਾ ਲੋਕਾਂ ਤੋਂ ਦਾਨ ਵਜੋਂ 34 ਕਰੋੜ ਰੁਪਏ ਮਿਲੇ ਹਨ, ਜਦਕਿ ਟਰੰਪ ਨੂੰ ਇਸ ਸ਼੍ਰੇਣੀ ਤੋਂ 18 ਕਰੋੜ ਰੁਪਏ ਦਾਨ ਵਜੋਂ ਮਿਲੇ ਹਨ। ਇਸ ਦਾ ਕਾਰਨ ਕਮਲਾ ਦਾ ਮੱਧ ਵਰਗ ਨੂੰ
ਟੈਕਸ ਛੋਟ ਦੇਣ ਦਾ ਵਾਅਦਾ ਰਿਹਾ ਹੈ। ਕਮਲਾ ਨੂੰ ਆਪਣੀ ਡੈਮੋਕ੍ਰੈਟਿਕ ਪਾਰਟੀ ਅਤੇ ਲਿਬਰਲ ਧੜੇ ਤੋਂ 44,053 ਕਰੋੜ ਰੁਪਏ ਦਾ ਚੰਦਾ ਮਿਲਿਆ, ਜਦਕਿ ਟਰੰਪ ਨੂੰ ਆਪਣੀ ਰਿਪਬਲਿਕਨ ਪਾਰਟੀ ਤੋਂ ਸਿਰਫ 355 ਕਰੋੜ ਰੁਪਏ ਦਾ ਦਾਨ ਪ੍ਰਾਪਤ ਹੋਇਆ ਹੈ। ਜਦਕਿ ਬਾਈਡਨ ਦੌੜ ਵਿੱਚ ਸਨ, ਉਦੋਂ ਤੱਕ ਡੈਮੋਕ੍ਰੇਟਸ ਕੋਲ 2,000 ਕਰੋੜ ਰੁਪਏ ਦਾਨ ਕੀਤੇ ਗਏ ਸਨ। 13 ਦਿਨਾਂ ਦੇ ਅੰਦਰ ਕਮਲਾ ਨੇ 2400 ਕਰੋੜ ਰੁਪਏ ਜੁਟਾਏ ਹਨ, ਜਦਕਿ ਟਰੰਪ ਨੇ ਇਨ੍ਹਾਂ 13 ਦਿਨਾਂ 'ਚ ਆਪਣੀ ਪਾਰਟੀ ਤੋਂ 55 ਕਰੋੜ ਰੁਪਏ ਇਕੱਠੇ ਕੀਤੇ। ਅਮਰੀਕਾ ਵਿੱਚ ਬਰੁਕਲਿਨ ਆਰਟ ਮਿਊਜ਼ੀਅਮ ਡਾਇਰੈਕਟੋਰੇਟ ਦੇ ਘਰ ਨੂੰ ਅਪਮਾਨਜਨਕ ਢੰਗ ਨਾਲ ਨੁਕਸਾਨ ਪਹੁੰਚਾਉਣ ਤੇ ਯਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਸ਼ੱਕੀ ਦੋਸ਼ੀ ਨੂੰ ਨਫ਼ਰਤੀ ਅਪਰਾਧ ਤਹਿਤ ਗ੍ਰਿਫਤਾਰ ਕਰਨ ਦੀ ਖਬਰ ਆਈ ਹੈ। ਇਸ ਸੰਬੰਧੀ ਜਾਣਕਾਰੀ ਨਿਊਯਾਰਕ ਪੁਲਿਸ ਵਿਭਾਗ ਨੇ ਦਿੱਤੀ ਹੈ। ਪੁਲਿਸ ਵਿਭਾਗ ਦੇ ਡਿਟੈਕਟਿਵ ਗ੍ਰੇਗੋਰੀ ਗ੍ਰੀਨ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਜਾਂਚ ਉਪਰੰਤ ਕਿਊਨਸ ਵਾਸੀ ਟੇਲਰ ਪੈਲਟਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਵਿਰੁੱਧ ਬਰੁਕਲਿਨ ਮਿਊਜ਼ੀਅਮ ਡਾਇਰੈਕਟੋਰੇਟ ਐਨੀ ਪਾਸਟਰਨਕ ਦੇ ਘਰ ਨੂੰ ਨੁਕਸਾਨ ਪਹੁੰਚਾਉਣ ਤੇ ਯਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਨਫ਼ਰਤੀ ਅਪਰਾਧ ਵਜੋਂ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ। ਸ਼ੱਕੀ ਦੋਸ਼ੀ ਨੇ ਘਰ ਦੇ ਮੋਹਰਲੇ ਦਰਵਾਜ਼ੇ ਤੇ ਖਿੜਕੀਆਂ ਉੱਪਰ ਲਾਲ ਰੰਗ ਫੇਰ ਕੇ ਇੱਕ ਤਖਤੀ ਲਟਕਾ ਦਿੱਤੀ ਸੀ, ਜਿਸ ਉੱਪਰ ਲਾਲ ਅੱਖਰਾਂ ਵਿੱਚ ਲਿਖਿਆ ਗਿਆ ਕਿ ਐਨੇ ਪਾਸਟਰਨਕ ਬਰੁਕਲਿਨ ਮਿਊਜ਼ੀਅਮ ਗੋਰਾ ਫਿਰਕੂ ਯਹੂਦੀ ਲਿਖ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਲਾਲ ਤਿਕੋਣਾ ਚਿੰਨ੍ਹ ਵੀ ਉੱਕਰ ਦਿੱਤਾ ਸੀ, ਜੋ ਚਿੰਨ੍ਹ ਹਮਾਸ ਦੇ ਫੌਜੀ ਵਿੰਗ ਵੱਲੋਂ ਵਰਤਿਆ ਜਾਂਦਾ ਹੈ। ਅਮਰੀਕਾ ਦੇ ਕੈਲੀਫੋਰਨੀਆ SpaceX ਨੇ 23 ਸਟਾਰਲਿੰਕ ਸੈਟੇਲਾਈਟ ਨੂੰ ਲਾਂਚ ਕੀਤਾ। ਇਸ ਲਾਂਚ 'ਚ ਫਾਲਕਨ 9 ਰਾਕੇਟ ਦੀ ਵਰਤੋਂ ਕੀਤੀ ਗਈ ਸੀ, ਜੋ ਆਪਣੇ 6ਵੇਂ ਮਿਸ਼ਨ ਨੂੰ ਪੂਰਾ ਕਰਨ ਦੇ ਵਿੱਚ ਸਫਲ ਰਿਹਾ। ਰਾਕੇਟ ਦਾ ਬੂਸਟਰ ਆਫ ਕੋਰਸ ਆਈ ਸਟਿਲ ਲਵ ਯੂ ਡਰੋਨ ਸ਼ਿਪ ਤੇ ਸੁਰੱਖਿਅਤ ਰੂਪ ਨਾਲ ਉਤਾਰਿਆ ਗਿਆ। ਇਸ ਲਾਂਚ ਦੇ ਨਾਲ SpaceX ਨੇ ਆਪਣੇ ਸਟਾਰਲਿੰਕ ਸੈਟੇਲਾਈਟ ਨੈਟਵਰਕ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਦਾ ਉਦੇਸ਼ ਦੁਨੀਆ ਭਰ ਵਿੱਚ ਇੰਟਰਨੈਟ ਕਨੈਕਟੀਵਿਟੀ ਨੂੰ ਬਿਹਤਰ ਬਣਾਉਣਾ ਹੈ। ਫਾਲਕਨ 9 ਰਾਕੇਟ ਦਾ ਪਹਿਲਾ ਪੜਾਅ 8 ਮਿੰਟ ਬਾਅਦ ਇਹ ਸ਼ਾਰਟਫਾਲ ਆਫ ਗ੍ਰੈਵਿਟਸ ਨਾਂ ਦੇ ਡਰੋਨ ਸ਼ਿਪ ਤੇ ਸੁਰੱਖਿਅਤ ਰੂਪ ਨਾਲ ਉਤਾਰਿਆ, ਜੋ ਕਿ ਐਟਲਾਂਟਿਕ ਮਹਾਸਾਗਰ ਵਿੱਚ ਸਥਿਤ ਸੀ। ਇਹ ਬੂਸਟਰ ਦਾ 12ਵਾਂ ਲਾਂਚ ਅਤੇ ਲੈਂਡਿੰਗ ਸੀ, ਜਿਸ ਵਿੱਚੋਂ 9 ਦੀ ਵਰਤੋਂ ਇਸਨੇ ਸਟਾਰਲਿੰਕ ਮਿਸ਼ਨਾਂ ਲਈ ਕੀਤੀ ਹੈ। ਇਹ ਸਫਲ ਲਾਂਚ 11 ਜੁਲਾਈ 2024 ਨੂੰ ਅਸਫਲ ਹੋਣ ਤੋਂ ਬਾਅਦ ਹੋਇਆ ਹੈ। ਉਸ ਮਿਸ਼ਨ ਵਿੱਚ ਇੱਕ ਫਾਲਕਨ 9 ਦੇ ਉੱਪਰਲੇ ਪੜਾਅ ਨੇ ਤਰਲ ਆਕਸੀਜਨ ਲੀਕ ਕੀਤੀ, ਜਿਸ ਨਾਲ 20 ਸਟਾਰਲਿੰਕ ਉਪਗ੍ਰਹਿਾਂ ਦਾ ਨੁਕਸਾਨ ਹੋਇਆ। SpaceX ਨੇ ਲੀਕ ਦੇ ਕਾਰਨ ਦੀ ਪਛਾਣ ਕੀਤੀ ਹੈ ਅਤੇ ਭਵਿੱਖ ਵਿੱਚ ਇਸ ਨੂੰ ਰੋਕਣ ਲਈ ਉਪਾਅ ਕੀਤੇ ਹਨ। ਇਸ ਲਾਂਚ ਦੇ ਨਾਲ SpaceX ਨੇ ਆਪਣੀ ਪਿਛਲੀ ਅਸਫਲਤਾ ਤੋਂ ਸਫਲ ਵਾਪਸੀ ਕੀਤੀ ਹੈ ਅਤੇ ਆਪਣੇ ਸਟਾਰਲਿੰਕ ਨੈਟਵਰਕ ਦਾ ਵਿਸਤਾਰ ਜਾਰੀ ਰੱਖਿਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਨਿਆ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੈਦੀਆਂ ਦੀ ਅਦਲਾ ਬਦਲੀ ਤੇ ਪੱਛਮੀ ਦੇਸ਼ਾਂ ਨਾਲ ਵੱਡਾ ਸਮਝੌਤਾ ਕੀਤਾ ਹੈ। ਅਮਰੀਕਾ, ਰੂਸ, ਜਰਮਨੀ ਅਤੇ ਹੋਰ ਪੱਛਮੀ ਦੇਸ਼ਾਂ ਨੇ ਵੀਰਵਾਰ ਨੂੰ 24 ਕੈਦੀਆਂ ਦੀ ਅਦਲਾ ਬਦਲੀ ਲਈ ਇੱਕ ਸੌਦਾ ਕੀਤਾ, ਜੋ ਕਿ ਸ਼ੀਤ ਯੁੱਧ ਦੇ ਅੰਤ ਤੋਂ ਬਾਅਦ ਸਭ ਤੋਂ ਵੱਡੇ ਕੈਦੀਆਂ ਦੀ ਅਦਲਾ ਬਦਲੀ ਸਮਝੌਤਿਆਂ ਵਿੱਚੋਂ ਇੱਕ ਹੈ। ਟਰੰਪ ਨੇ ਅਟਲਾਂਟਾ, ਜਾਰਜੀਆ ਵਿੱਚ ਇੱਕ ਮੁਹਿੰਮ ਸਮਾਗਮ ਵਿੱਚ ਕਿਹਾ ਕਿ ਵੈਸੇ ਮੈਂ ਵਲਾਦੀਮੀਰ ਪੁਤਿਨ ਨੂੰ ਇੱਕ ਹੋਰ ਵੱਡਾ ਸੌਦਾ ਕਰਨ ਦੇ ਲਈ ਵਧਾਈ ਦੇਣਾ ਚਾਹੁੰਦਾ। ਨਾਲ ਹੀ ਉਸਨੇ ਕੈਦੀਆਂ ਦੀ ਅਦਲਾ ਬਦਲੀ ਦੇ ਹਾਲਾਤ ਤੋਂ ਅਸੰਤੁਸ਼ਟੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਮੁੱਦੇ ਤੇ ਇਸ ਸੌਦੇ ਤੇ ਮੌਜੂਦਾ ਅਮਰੀਕੀ ਪ੍ਰਸ਼ਾਸਨ ਵੱਲੋਂ ਭਿਆਨਕ ਗਲਤੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਟਰੰਪ ਨੇ ਇਹ ਸਮਝੌਤਾ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਅਤੇ ਇਸ ਦੇ ਤੱਥਾਂ ਅਤੇ ਰੂਸ ਨੂੰ ਨਕਦ ਭੁਗਤਾਨ ਦੀ ਸੰਭਾਵਨਾ ਬਾਰੇ ਸਵਾਲ ਪੁੱਛੇ। ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਕਈ ਨਾਟੋ ਦੇਸ਼ਾਂ 'ਚ ਨਜ਼ਰਬੰਦ ਕੀਤੇ ਗਏ 8 ਰੂਸੀ ਘਰ ਵਾਪਸ ਆ ਗਏ ਹਨ। ਉਹਨਾਂ ਨੂੰ ਲੈ ਕੇ ਇੱਕ ਜਹਾਜ਼ ਅੰਕਾਰਾ ਤੋਂ ਵੀਰਵਾਰ ਦੇ ਰਾਤ ਮਾਸਕੋ ਦੇ ਵਨੂਕੋਵੋ 2 ਹਵਾਈ ਅੱਡੇ ਤੇ ਪਹੁੰਚਿਆ, ਜਿੱਥੇ ਪੁਤਿਨ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਦੇ ਬਦਲੇ ਰੂਸ ਨੇ 7 ਰੂਸੀ ਅਤੇ 5 ਜਰਮਨ ਨਾਗਰਿਕਾਂ ਸਮੇਤ 16 ਲੋਕਾਂ ਨੂੰ ਰਿਹਾ ਕੀਤਾ। ਅਮਰੀਕਾ ਦੇ ਅਰਬਪਤੀ ਉਦਯੋਗਪਤੀ ਐਲੋਨ ਮਸਕ ਦਾ ਮੰਨਣਾ ਹੈ ਕਿ ਬ੍ਰਿਟੇਨ ਵਿੱਚ ਵੱਡੇ ਪੱਧਰ ਤੇ ਫੈਲੀ ਅਸ਼ਾਂਤੀ ਗ੍ਰਹਿ ਯੁੱਧ ਵਿੱਚ ਬਦਲ ਸਕਦੀ ਹੈ। ਬ੍ਰਿਟੇਨ ਦੇ ਸਾਊਥਪੋਰਟ 'ਚ ਸ਼ਨੀਵਾਰ ਨੂੰ ਚਾਕੂ ਨਾਲ ਹਮਲੇ ਤੋਂ ਬਾਅਦ ਬ੍ਰਿਟੇਨ ਦੇ ਕਈ ਸ਼ਹਿਰਾਂ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਹਮਲੇ ਵਿੱਚ 3 ਬੱਚੇ ਮਾਰੇ ਗਏ ਸਨ। ਟਾਈਮਜ਼ ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਹਫ਼ਤੇ ਦੇ ਅੰਤ ਵਿੱਚ ਘੱਟੋ-ਘੱਟ 35 ਵਿਰੋਧ ਪ੍ਰਦਰਸ਼ਨਾਂ ਦੀ ਉਮੀਦ ਸੀ। ਐਕਸ ਦੇ ਬ੍ਰਿਟਿਸ਼ ਸ਼ਹਿਰਾਂ ਵਿੱਚ ਪ੍ਰਦਰਸ਼ਨਾਂ ਦੇ ਵੀਡੀਓ ਤੇ ਟਿੱਪਣੀ ਕਰਦੇ ਹੋਏ ਮਸਕ ਨੇ ਕਿਹਾ ਕਿ ਗ੍ਰਹਿ ਯੁੱਧ ਨੂੰ ਟਾਲਿਆ ਨਹੀਂ ਜਾ ਸਕਦਾ। ਜ਼ਿਕਰਯੋਗ ਹੈ ਕਿ 29 ਜੁਲਾਈ ਨੂੰ ਸਾਊਥਪੋਰਟ ਵਿੱਚ ਬੱਚਿਆਂ ਦੇ ਡਾਂਸ ਕਲੱਬ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਵਿੱਚ 3 ਲੜਕੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਅਪੁਸ਼ਟ ਰਿਪੋਰਟਾਂ ਵਿਚਕਾਰ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਅਤੇ ਪੁਲਿਸ ਨਾਲ ਝੜਪਾਂ ਹੋਈਆਂ ਕਿ ਚਾਕੂ ਮਾਰਨ ਵਾਲਾ ਇੱਕ ਸ਼ਰਨਾਰਥੀ ਸੀ।
ਅਦਾਲਤ ਵੱਲੋਂ ਇੱਕ ਭਾਰਤੀ ਵਿਅਕਤੀ ਅਭਿਨਵ ਕੁਮਾਰ ਨੂੰ ਸਿਆਟਲ ਜਾਣ ਵਾਲੀ ਇੱਕ ਫਲਾਈਟ ਵਿੱਚ ਇੱਕ ਯਾਤਰੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ 15 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ 'ਚ ਯੂਐਸ ਅਟਾਰਨੀ ਦੇ ਦਫ਼ਤਰ ਨੇ ਮਈ ਵਿੱਚ 3 ਦਿਨਾਂ ਦੀ ਸੁਣਵਾਈ ਤੋਂ ਬਾਅਦ ਉਸ ਵੱਲੋਂ ਅਪਮਾਨਜਨਕ ਜਿਨਸੀ ਸੰਪਰਕ ਲਈ ਦੋਸ਼ੀ ਠਹਿਰਾਇਆ ਗਿਆ ਸੀ। ਅਭਿਨਵ ਕੁਮਾਰ ਨੂੰ 18 ਫਰਵਰੀ ਨੂੰ ਸਿਆਟਲ ਟਕੋਮਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਤੋਂ ਸਿਆਟਲ ਜਾ ਰਹੀ ਅਮੀਰਾਤ ਦੀ ਉਡਾਨ ਦੌਰਾਨ ਸੁੱਤੀ ਪਈ ਇੱਕ ਨਾਬਾਲਗ ਦੀ ਛਾਤੀ ਨੂੰ ਕੁੱਟਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਯੂਐਸ ਅਟਾਰਨੀ ਟੈਸਾ ਐਮ ਗੋਰਮਨ ਨੇ ਦੱਸਿਆ ਕਿ ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਵਿੱਚ ਹਵਾਈ ਜਹਾਜ਼ਾਂ ਤੇ ਜਿਨਸੀ ਹਮਲੇ ਵਧ ਰਹੇ ਹਨ ਅਤੇ ਅਪਰਾਧੀਆਂ ਲਈ ਗੰਭੀਰ ਨਤੀਜੇ ਤੇ ਜ਼ੋਰ ਦਿੰਦੇ ਹੋਏ ਅਜਿਹੇ ਵਿਵਹਾਰ ਲਈ ਉਹਨਾਂ ਦੀ ਸਖਤ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਹੈ। FBI ਰਿਪੋਰਟ ਆਫ ਸਿਆਟਲ ਪੁਲਿਸ ਅਤੇ ਯੂਐਸ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੀ ਮਦਦ ਨਾਲ ਇਸ ਕੇਸ ਦੀ ਜਾਂਚ ਕੀਤੀ ਸੀ। ਫਲੋਰੀਡਾ ਪਹੁੰਚਦੇ ਹੀ ਗਰਮਖੰਡੀ ਤੂਫਾਨ ਡੇਬੀ ਨੇ ਭਿਆਨਕ ਰੂਪ ਧਾਰ ਲਿਆ ਹੈ, ਜੋ ਕੈਟਾਗਰੀ 1 ਦੇ ਤੂਫਾਨ ਵਿੱਚ ਬਦਲ ਗਿਆ ਹੈ। ਮਿਆਮੀ ਦੇ ਨੈਸ਼ਨਲ ਹਰੀਕੇਨ ਸੈਂਟਰ ਦੇ ਮੌਸਮ ਵਿਗਿਆਨੀਆਂ ਨੇ ਸ਼ਾਮ ਨੂੰ ਦੱਸਿਆ ਕਿ ਤੂਫਾਨ ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਇਹ ਤੂਫਾਨ ਟੈਂਪਾ ਤੋਂ ਲਗਭਗ 100 ਮੀਲ ਪੱਛਮ ਦੱਖਣ ਪੱਛਮ ਵਿੱਚ ਸਥਿਤ ਸੀ ਅਤੇ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਵੱਲ ਵਧ ਰਿਹਾ ਸੀ। ਡੇਬੀ ਇਸ ਸਾਲ ਦਾ ਚੌਥਾ ਐਟਲਾਂਟਿਕ ਤੂਫਾਨ ਹੈ। ਇਸ ਤੋਂ ਪਹਿਲਾਂ ਜੂਨ 'ਚ ਟ੍ਰੋਪੀਕਲ ਤੂਫਾਨ ਅਲਬਰਟੋ, ਹਰੀਕੇਨ ਬੈਰਿਲ ਅਤੇ ਟ੍ਰੋਪੀਕਲ ਤੂਫਾਨ ਕ੍ਰਿਸ ਸਨ। ਭਵਿੱਖਬਾਣੀ ਕਰਨ ਵਾਲਿਆਂ ਨੇ ਤੂਫਾਨ ਡੇਬੀ ਤੋਂ ਭਾਰੀ ਮੀਂਹ ਕਾਰਨ ਫਲੋਰੀਡਾ, ਦੱਖਣੀ ਕੈਰੋਲੀਨਾ ਅਤੇ ਜਾਰਜੀਆ ਵਿੱਚ ਭਿਆਨਕ ਹੜ੍ਹ ਆਉਣ ਦੀ ਚੇਤਾਵਨੀ ਦਿੱਤੀ ਹੈ। ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਗਲੇਸ਼ੀਅਰ ਨੈਸ਼ਨਲ ਪਾਰਕ ਦੇ ਰੇਂਜਰਾਂ ਨੇ ਭਾਰਤ ਦੇ 26 ਸਾਲਾਂ ਦੇ ਸਿਧਾਂਤ ਵਿਠਲ ਪਾਟਿਲ ਦੀ ਲਾਸ਼ ਬਰਾਮਦ ਕੀਤੀ ਹੈ, ਜੋ 6 ਜੁਲਾਈ ਨੂੰ ਬਰਫ਼ਬਾਰੀ ਕ੍ਰੀਕ ਵਿੱਚ ਡਿੱਗ ਪਿਆ ਸੀ ਅਤੇ ਡੁੱਬ ਗਿਆ ਸੀ। ਇੱਕ ਪ੍ਰੈਸ ਰਿਲੀਜ਼ ਵਿੱਚ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਕੈਲੀਫੋਰਨੀਆ ਵਿੱਚ ਰਹਿਣ ਵਾਲਾ ਇੱਕ ਤਕਨੀਕੀ ਪੇਸ਼ੇਵਰ ਸਿਧਾਂਤ ਵਿਠਲ ਪਾਟਿਲ 7 ਦੋਸਤਾਂ ਨਾਲ ਪਾਰਕ ਵਿੱਚ ਹਾਈਕਿੰਗ ਕਰ ਰਿਹਾ ਸੀ ਜਦੋਂ ਉਹ ਬਰਫ਼ਬਾਰੀ ਕ੍ਰੀਕ ਵਿੱਚ ਡਿੱਗ ਪਿਆ। ਗਲੇਸ਼ੀਅਰ ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ, ਹਫ਼ਤਿਆਂ ਦੀ ਖੋਜ ਤੋਂ ਬਾਅਦ ਗਲੇਸ਼ੀਅਰ ਨੈਸ਼ਨਲ ਪਾਰਕ ਦੇ ਰੇਂਜਰਾਂ ਦਾ ਮੰਨਣਾ ਹੈ ਕਿ ਉਹਨਾਂ ਨੇ ਭਾਰਤ ਤੋਂ 26 ਸਾਲ ਦੇ ਸਿਧਾਂਤ ਵਿਠਲ ਪਾਟਿਲ ਦੀ ਲਾਸ਼ ਬਰਾਮਦ ਕੀਤੀ ਹੈ, ਜਦੋਂ ਪਾਟਿਲ 6 ਜੁਲਾਈ 2024 ਨੂੰ ਬਰਫ਼ਬਾਰੀ ਕ੍ਰੀਕ ਵਿੱਚ ਡਿੱਗ ਗਿਆ ਸੀ ਅਤੇ ਡੁੱਬ ਗਿਆ ਸੀ। ਅਧਿਕਾਰੀਆਂ ਨੇ ਅੱਗੇ ਕਿਹਾ, ਦੋਸਤਾਂ ਅਨੁਸਾਰ ਪਾਟਿਲ ਵੱਲੋਂ ਘਟਨਾ ਦੇ ਸਮੇਂ ਪਹਿਨੇ ਹੋਏ ਕੱਪੜੇ ਅਤੇ ਗੀਅਰ ਵੀ ਬਰਾਮਦ ਕੀਤੇ ਗਏ ਹਨ। ਉੱਧਰ ਹੀ ਸਵੇਰੇ ਇੱਕ ਪਾਰਕ ਵਿਜ਼ਿਟਰ ਨੇ ਖੱਡ ਦੇ ਹੇਠਾਂ ਬਰਫ਼ਬਾਰੀ ਕ੍ਰੀਕ ਵਿੱਚ ਇੱਕ ਲਾਸ਼ ਦੇਖੇ ਜਾਣ ਦੀ ਸੂਚਨਾ ਦਿੱਤੀ। ਰੇਂਜਰਾਂ ਨੇ ਤੁਰੰਤ ਰਿਕਵਰੀ ਦੇ ਯਤਨ ਸ਼ੁਰੂ ਕਰ ਦਿੱਤੇ। ਰੇਂਜਰਾਂ ਨੂੰ ਸ਼ੱਕ ਸੀ ਕਿ ਕੁਦਰਤੀ ਰੁਕਾਵਟਾਂ ਜਿਵੇਂ ਡਿੱਗੇ ਹੋਏ ਦਰਖਤਾਂ ਜਾਂ ਚਟਾਨਾਂ ਕਾਰਨ ਲਾਸ਼ ਨੂੰ ਲੱਭਣਾ ਮੁਸ਼ਕਿਲ ਹੋ ਰਿਹਾ ਸੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਦੇ ਵਜ਼ੀਦ ਮੁਜ਼ਾਹਰਾਕਾਰੀਆਂ ਵੱਲੋਂ ਐਲਾਨੇ ਅਸਹਿਯੋਗ ਅੰਦੋਲਨ ਦੇ ਪਹਿਲੇ ਦਿਨ ਉਹਨਾਂ ਤੇ ਸੱਤਾਧਾਰੀ ਅਵਾਮੀ ਲੀਗ ਦੇ ਹਮਾਇਤੀਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿੱਚ 14 ਪੁਲਿਸ ਮੁਲਾਜ਼ਮ ਸਣੇ 97 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਸੈਂਕੜੇ ਹੋਰ ਜ਼ਖਮੀ ਦੱਸੇ ਜਾਂਦੇ ਹਨ। ਪ੍ਰਦਰਸ਼ਨਕਾਰੀ ਸਰਕਾਰ ਨੌਕਰੀਆਂ ਵਿੱਚ ਰਾਖਵਾ ਕਰਨ ਦੇ ਮੁੱਦੇ ਤੇ ਹਸੀਨਾ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਉਧਰ ਪ੍ਰਧਾਨ ਮੰਤਰੀ ਹਸੀਨਾ ਨੇ ਸੁਰੱਖਿਆ ਮਾਮਲਿਆਂ ਬਾਰੇ ਕੌਮੀ ਕਮੇਟੀ ਨਾਲ ਹੰਗਾਮੀ ਬੈਠਕ ਮਗਰੋਂ ਐਤਵਾਰ ਸ਼ਾਮੀ 6 ਵਜੇ ਤੋਂ ਪੂਰੇ ਦੇਸ਼ ਵਿੱਚ ਕਰਫਿਊ ਲਗਾ ਦਿੱਤਾ ਹੈ। ਸਰਕਾਰੀ ਏਜੰਸੀ ਨੇ ਫੇਸਬੁੱਕ, ਮੈਸੇਂਜਰ, WhatsApp ਤੇ ਇੰਸਟਾਗ੍ਰਾਮ ਦੇ ਨਾਲ ਮੋਬਾਈਲ ਆਪਰੇਟਰਾਂ ਨੂੰ 4G ਮੋਬਾਈਲ ਇੰਟਰਨੈਟ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਗਲੇ 3 ਦਿਨਾਂ ਵਾਸਤੇ ਛੁੱਟੀ ਐਲਾਨ ਕਰ ਦਿੱਤੀ ਹੈ। ਹਸੀਨਾ ਨੇ ਕਿਹਾ ਕਿ ਸਾਬੋਤਾਜ ਵਿੱਚ ਸ਼ਾਮਲ ਲੋਕ ਵਿਦਿਆਰਥੀ ਨਹੀਂ ਬਲਕਿ ਦਹਿਸ਼ਤਗਰਦ ਹਨ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਅਜਿਹੇ ਅੰਸਰਾਂ ਨਾਲ ਕਰੜੇ ਹੱਥੀਂ ਸਿੱਝਿਆ ਜਾਵੇ। ਪ੍ਰੋਥਮ ਆਲੋ ਅਖਬਾਰ ਦੇ ਅਕੋਰਡਿੰਗ ਯਾਨੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ ਬੰਗਲਾਦੇਸ਼ ਦੇ 13 ਜ਼ਿਲ੍ਹਿਆਂ ਵਿੱਚ ਹੋਈਆਂ ਝੜਪਾਂ ਵਿੱਚ 91 ਵਿਅਕਤੀ ਮਾਰੇ ਜਾ ਚੁੱਕੇ ਹਨ। ਸੁਨੀਤਾ ਵਿਲੀਅਮਸ ਨੂੰ ਬਚਾਉਣ ਲਈ ਨਾਸਾ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਸਦੇ ਸਾਥੀ ਬੂਚ ਵਿਲਮੋਰ ਪਿਛਲੇ 2 ਮਹੀਨਿਆਂ ਤੋਂ ਪੁਲਾੜ ਵਿੱਚ ਫਸੇ ਹੋਏ ਹਨ। ਦੋਵੇਂ ਪੁਲਾੜ ਯਾਤਰੀ ਆਪਣੇ ਬੋਇੰਗ ਸਟਾਰਲਾਈਨਰ ਪੁਲਾੜ ਯਾਨ ਵਿੱਚ ਤਕਨੀਕੀ ਖਰਾਬੀ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸ ਨਹੀਂ ਆ ਸਕੇ ਹਨ। ਬੋਇੰਗ ਸਟਾਰਲਾਈਨਰ 5 ਜੂਨ ਨੂੰ ਦੋਵਾਂ ਪੁਲਾੜ ਯਾਤਰੀਆਂ ਨੂੰ ISS ਲੈ ਗਿਆ। ਜਿਵੇਂ ਹੀ ਸਟਾਰਲਾਈਨਰ 13 ਜੂਨ ਨੂੰ ISS ਤੇ ਪਹੁੰਚਿਆ, ਵਾਹਨ ਦੇ ਥਰਸਟਰ ਅਤੇ ਹੀਲੀਅਮ ਸਿਸਟਮ ਵਿੱਚ ਸਮੱਸਿਆ ਆ ਗਈ। ਸ਼ੁਰੂ ਵਿੱਚ 1 ਹਫ਼ਤੇ ਦੇ ਮਿਸ਼ਨ ਤੋਂ ਬਾਅਦ ਧਰਤੀ ਤੇ ਵਾਪਸ ਆਉਣ ਦੇ ਲਈ ਤੈਅ ਕੀਤਾ ਗਿਆ ਸੀ। ਸਮੱਸਿਆਵਾਂ ਨੇ ਉਹਨਾਂ ਦੀ ਵਾਪਸੀ ਵਿੱਚ ਦੇਰੀ ਕੀਤੀ। ਸੁਨੀਤਾ ਵਿਲੀਅਮਸ ਅਤੇ ਉਸਦਾ ਸਾਥੀ ਬੂਚ ਵਿਲਮੋਰ ਕਈ ਦਿਨਾਂ ਤੋਂ ਫਸੇ ਹੋਏ ਹਨ ਅਤੇ ਹੁਣ ਨਾਸਾ ਕੋਲ ਉਹਨਾਂ ਨੂੰ ਵਾਪਸ ਲਿਆਉਣ ਅਤੇ ਸਮੱਸਿਆ ਨੂੰ ਹੱਲ ਕਰਨ ਲਈ ਸਿਰਫ 14 ਦਿਨ ਬਚੇ ਹਨ। ਅਜਿਹਾ ਇਸ ਲਈ ਕਿਉਂਕਿ ਇਸ ਤੋਂ ਬਾਅਦ ਕਰੂ 9 ਮਿਸ਼ਨ ਆਵੇਗਾ
ਸੁਨੀਤਾ ਵਿਲੀਅਮਸ ਅਤੇ ਬੂਚ ਵਿਲਮੋਰ 5 ਜੂਨ 2024 ਨੂੰ ਫਲੋਰੀਡਾ ਵਿੱਚ ਕੈਪ ਕੈਨਵਰਲ ਸਪੇਸ ਫੋਰਸ ਸਟੇਸ਼ਨ ਤੋਂ ਰਵਾਨਾ ਹੋਏ। ਟੋਰਾਂਟੋ ਦਾ 57ਵਾਂ ਕੈਰੀਬੀਅਨ ਕਾਰਨੀਵਲ ਸ਼ਨੀਵਾਰ ਨੂੰ ਸ਼ੁਰੂ ਹੋ ਚੁੱਕਿਆ ਹੈ ਅਤੇ ਲੋਕ ਸ਼ੋਰ ਬੁਲੇਵਾਰਡ ਦੇ ਕੰਢੇ ਇੱਕ ਰੰਗੀਨ ਗ੍ਰੈਂਡ ਪਰੇਡ ਲਈ ਤਿਆਰ ਹਨ। ਮਹੀਨੇ ਭਰ ਚੱਲਣ ਵਾਲੇ ਇਸ ਉਤਸਵ ਦੀ ਸਮਾਪਤੀ ਤਮਾਸ਼ੇ ਦੇ ਅੰਤਿਮ ਸ਼ੋਅ ਵਿੱਚ ਹੋਵੇਗੀ, ਜਿੱਥੇ ਨਕਾਬਪੋਸ਼ ਆਪਣੇ ਪਹਿਰਾਵੇ ਵਿੱਚ ਸੋਕਾ ਸੰਗੀਤ ਉੱਤੇ ਨਾਚ ਕਰਨਗੇ। ਟੋਰਾਂਟੋ ਦੇ ਸਭ ਤੋਂ ਲੰਬੇ ਸਮੇਂ ਤੋਂ ਚਲੇ ਆ ਰਹੇ ਅਤੇ ਸਭ ਤੋਂ ਸਫਲ ਬੈਂਡ ਸਾਲਟੀਨਾ ਕਾਰਨੀਵਲ ਦੇ ਰਾਜੇ ਨਿਕੋਲਸ ਗਾਏ ਨੇ ਆਪਣੀ ਪੋਸ਼ਾਕ ਤੇ ਕੰਮ ਕਰਦੇ ਹੋਏ ਕਈ ਰਾਤਾਂ ਬਿਨਾਂ ਸੁੱਤੇ ਗੁਜ਼ਾਰੀਆਂ। ਉਹਨਾਂ ਨੇ ਦੱਸਿਆ ਕਿ ਵਾਸਤਵ ਵਿੱਚ ਜੋ ਚੀਜ਼ ਰੋਮਾਂਚਿਤ ਕਰਦੀ ਹੈ ਉਹ ਹੈ ਭੀੜ ਵਿੱਚ ਮੌਜੂਦ ਲੋਕ, ਅਤੇ ਜਦੋਂ ਉਹ ਵੱਡੀਆਂ ਪੋਸ਼ਾਕਾਂ ਵਿੱਚ ਉਤਰਦੇ ਵੇਖਦੇ ਹਨ ਤਾਂ ਉਹਨਾਂ ਦੇ ਚਿਹਰੇ ਉੱਤੇ ਵਿਖਣ ਵਾਲਾ ਭਾਵ ਦੇਖਣ ਵਾਲਾ ਹੁੰਦਾ ਹੈ। ਗਾਏ ਨੇ ਕਿਹਾ ਕਿ ਇਹ ਪ੍ਰੋਗਰਾਮ ਉਹਨਾਂ ਦੇ ਅਤੇ ਹੋਰ ਪ੍ਰਤੀਭਾਗੀ ਲਈ ਸਿਰਫ ਇੱਕ ਸਟਰੀਟ ਪਾਰਟੀ ਵੱਲੋਂ ਕਿਤੇ ਵੱਧ ਕੇ ਹੈ। ਮੇਰੇ ਲਈ ਇਹ ਸਭ ਤੋਂ ਚੰਗੀ ਗੱਲ ਹੈ, ਇਹ ਇੱਕ ਖੂਬਸੂਰਤ ਯਾਦ ਹੈ। ਓਨਟਾਰੀਓ ਪੁਲਿਸ ਦਾ ਕਹਿਣਾ ਹੈ ਕਿ ਰੋਕਲੈਂਡ ਤੇ ਕਮਿਊਨਿਟੀ ਵਿੱਚ ਡਰੱਗ ਰੈਕੇਟ ਦੇ ਪਰਦਾਫਾਸ਼ ਤੋਂ ਬਾਅਦ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਸਿਰਫ ਇੱਕ ਤੇ ਚਾਰजेस ਲਗਾਏ ਗਏ ਹਨ। ਅਧਿਕਾਰੀਆਂ ਨੇ 26 ਜੁਲਾਈ ਨੂੰ ਰੋਕਲੈਂਡ ਵਿੱਚ ਇੱਕ ਕਾਰ ਦੀ ਤਲਾਸ਼ੀ ਲਈ ਘਟਨਾ ਸਥਾਨ ਤੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕ੍ਰੈਕ ਕੋਕੀਨ ਜ਼ਬਤ ਕੀਤੀ ਗਈ, ਨਾਲ ਹੀ 3 ਡਿਜੀਟਲ ਤਰਾਜ਼ੂ, ਇੱਕ ਸੈੱਲ ਫੋਨ, $155 ਨਕਦ ਅਤੇ ਇੱਕ ਡੈਬਿਟ ਸੂਚੀ ਵੀ ਜ਼ਬਤ ਕੀਤੀ ਗਈ। ਕਲੈਰੈਂਸ ਰੋਕਲੈਂਡ ਦੇ ਇੱਕ 40 ਸਾਲ ਨਿਵਾਸੀ ਤੇ ਡਰੱਗ ਰੱਖਣ ਅਤੇ ਤਸਕਰੀ ਦੇ ਚਾਰजेस ਹਨ। ਗ੍ਰਿਫਤਾਰ ਕੀਤੇ ਗਏ ਹੋਰ 2 ਲੋਕਾਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਗਿਆ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸ਼ਨੀਵਾਰ ਰਾਤ ਨੂੰ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈਂਦੇ ਸਮੇਂ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ ਗਈ। ਐਕਸ ਤੇ ਲਿਖੀ ਇੱਕ ਪੋਸਟ ਵਿੱਚ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਰਾਤ 11:30 ਵਜੇ ਤੋਂ ਬਾਅਦ ਬਾਰਥ ਸਰਚ ਸਟਰੀਟ ਅਤੇ ਕਿੰਗ ਸਟਰੀਟ ਵੈਸਟ ਇਲਾਕੇ ਵਿੱਚ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਉਹ ਇਲਾਕੇ ਵਿੱਚ ਜਾਂਚ ਕਰ ਰਹੇ ਸਨ, ਉਦੋਂ ਅਧਿਕਾਰੀ ਨੂੰ 30 ਸਾਲਾਂ ਦੇ ਸ਼ੱਕੀ ਵਿਅਕਤੀ ਨੇ ਗੋਲੀ ਮਾਰ ਦਿੱਤੀ। ਗਨ ਬਰਾਮਦ ਕਰ ਲਈ ਗਈ ਹੈ ਅਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅਧਿਕਾਰੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਬ੍ਰਿਟੇਨ ਦੇ ਸਾਊਥਪੋਰਟ ਸ਼ਹਿਰ ਵਿੱਚ ਪਿਛਲੇ ਹਫ਼ਤੇ 3 ਲੜਕੀਆਂ ਦੀ ਚਾਕੂ ਨਾਲ ਮੌਤ ਤੋਂ ਬਾਅਦ ਸ਼ੁਰੂ ਹੋਇਆ ਹਿੰਸਕ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਹੁਣ ਇਹ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਉਧਰ ਹੀ ਸੋਮਵਾਰ ਤੋਂ 15 ਹੋਰ ਸੱਜੇ ਪੱਖੀ ਪਾਰਟੀਆਂ ਨੇ ਪ੍ਰਸ਼ਾਸਨ ਨੂੰ ਵਿਰੋਧ ਪ੍ਰਦਰਸ਼ਨਾਂ ਦੀ ਚੇਤਾਵਨੀ ਦਿੱਤੀ ਹੈ। ਇਸ ਕਾਰਨ ਧਰਨਾ ਹੋਰ ਹਿੰਸਕ ਹੋਣ ਦਾ ਖਦਸ਼ਾ ਹੈ। ਬ੍ਰਿਟੇਨ ਰੈੱਡ ਅਲਰਟ ਤੇ ਹੈ। ਹੁਣ ਤੱਕ 200 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਕਰੀਬ 150 ਲੋਕ ਜ਼ਖਮੀ ਹੋ ਚੁੱਕੇ ਹਨ। ਪ੍ਰਦਰਸ਼ਨਕਾਰੀਆਂ ਨੇ ਕਈ ਮਸਜਿਦਾਂ ਅਤੇ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਦੰਗਿਆਂ ਦੀ ਨਿੰਦਾ ਕੀਤੀ ਹੈ, ਨਾਲ ਹੀ ਪੁਲਿਸ ਨੂੰ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਸਾਊਥਪੋਰਟ ਦੇ ਇੱਕ ਵਿਅਕਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲੜਕੀਆਂ ਦੇ ਕਤਲ ਲਈ ਇੱਕ ਮੁਸਲਮਾਨ ਪ੍ਰਵਾਸੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਕਾਰਨ ਹਿੰਸਾ ਭੜਕ ਗਈ ਹੈ। ਇਸ ਹਿੰਸਕ ਪ੍ਰਦਰਸ਼ਨ ਨੂੰ ਕਾਬੂ ਕਰਨ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਬਣੇ ਸਰ ਕੀਰ ਸਟਾਰਮਰ ਲਈ ਵੱਡੀ ਚੁਣੌਤੀ ਬਣ ਰਿਹਾ ਹੈ। ਦੂਜੇ ਪਾਸੇ ਸੱਜੇ ਪੱਖੀ ਪਾਰਟੀਆਂ ਵੀ ਇਸ ਅੰਦੋਲਨ ਦੀ ਮਦਦ ਨਾਲ ਪ੍ਰਵਾਸੀਆਂ ਵਿਰੁੱਧ ਆਪਣੇ ਸਿਆਸੀ ਉਦੇਸ਼ ਪੂਰੇ ਕਰ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਲਿਵਰਪੂਲ, ਬ੍ਰਿਸਟਲ, ਹਲ ਅਤੇ ਬੈਲਫਾਸਟ ਯੂਕੇ ਵਿੱਚ ਪ੍ਰਦਰਸ਼ਨ ਕੀਤਾ। ਨਸਲਵਾਦ ਵਿਰੋਧੀ ਪ੍ਰਦਰਸ਼ਨਕਾਰੀ ਵੀ ਰੋਸ ਵਜੋਂ ਸੜਕਾਂ ਤੇ ਉਤਰ ਆਏ ਅਤੇ ਦੋਵਾਂ ਗਰੁੱਪਾਂ ਵਿਚਾਲੇ ਹਿੰਸਕ ਝੜਪ ਹੋ ਗਈ ਹੈ। ਦੋਵਾਂ ਨੇ ਇੱਕ ਦੂਜੇ ਤੇ ਇੱਟਾਂ ਅਤੇ ਬੋਤਲਾਂ ਵੀ ਸੁੱਟੀਆਂ। ਈਰਾਨ ਅਤੇ ਲਿਬਨਾਨ 'ਚ ਜੰਗ ਦੇ ਮੋਰਚੇ ਖੋਲਣ ਵਾਲਾ ਇਜ਼ਰਾਈਲ ਗਾਜ਼ਾ ਵਿੱਚ ਲਗਾਤਾਰ ਭਾਰੀ ਹਮਲੇ ਕਰ ਰਿਹਾ ਹੈ। ਇਜ਼ਰਾਈਲੀ ਫੌਜ ਨੇ ਤੜਕੇ ਗਾਜ਼ਾ ਦੇ 2 ਵੱਡੇ ਸ਼ਹਿਰਾਂ ਤੇ ਵੱਡੇ ਹਵਾਈ ਹਮਲੇ ਕੀਤੇ। ਪਹਿਲਾ ਹਮਲਾ ਮੱਧ ਗਾਜ਼ਾ ਦੇ ਦੀਰ ਅਲ ਬਲਾਹ ਸ਼ਹਿਰ ਵਿੱਚ ਹੋਇਆ। ਇੱਥੇ IDF ਨੇ ਅਲ ਅਕਸਾ ਹਸਪਤਾਲ ਦੇ ਨੇੜੇ ਟੈਂਟ ਕੈਂਪ ਤੇ ਇੱਕ ਵਿਸ਼ਾਲ ਹਵਾਈ ਹਮਲਾ ਕੀਤਾ। 4 ਫਲਸਤੀਨੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਦੂਜਾ ਹਮਲਾ ਉੱਤਰੀ ਗਾਜ਼ਾ ਦੇ ਸ਼ੇਖ ਰਾਜਵਨ ਵਿੱਚ ਹੋਇਆ। IDF ਨੇ ਹਮਾਮਾ ਸਕੂਲ ਨੂੰ ਨਿਸ਼ਾਨਾ ਬਣਾਇਆ। ਇਸ 'ਚ 16 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 21 ਲੋਕ ਜ਼ਖਮੀ ਹੋਏ ਸਨ। ਸਾਰੇ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਹ ਹਮਲਾ ਇੰਨਾ ਜ਼ਬਰਦਸਤ ਸੀ ਕਿ ਸਕੂਲ ਅਤੇ ਜ਼ੇਰ ਅਹਾਤੇ ਦੇ ਇੱਕ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਹਰ ਪਾਸੇ ਰੋਲਾ ਪੈ ਗਿਆ। ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ-ਉੱਧਰ ਭੱਜਦੇ ਹੋਏ ਨਜ਼ਰ ਆਏ। ਯੂਕਰੇਨ ਨੇ ਪਿਛਲੇ 24 ਘੰਟਿਆਂ ਵਿੱਚ ਲੰਬੀ ਦੂਰੀ ਦੇ ਹਮਲਿਆਂ ਨੂੰ ਤੇਜ਼ ਕੀਤਾ। ਇੱਕ ਰੂਸੀ ਪਣਡੁੱਬੀ ਨੂੰ ਡੁੱਬਣ ਅਤੇ ਇਸ ਦੀ ਇੱਕ ਹਵਾਈ ਪੱਟੀ ਨੂੰ ਨਿਸ਼ਾਨਾ ਬਣਾਇਆ। ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਇਸ ਦੌਰਾਨ ਇੱਕ ਔਰਤ ਦੀ ਮੌਤ ਵੀ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੂਸ ਨੇ ਕਿਹਾ ਕਿ ਯੂਕਰੇਨੀ ਡਰੋਨ ਨੇ ਇੱਕ ਅਪਾਰਟਮੈਂਟ ਬਿਲਡਿੰਗ ਤੇ ਵੀ ਹਮਲਾ ਕੀਤਾ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜੁਲਾਈ ਤੋਂ ਹਮਲਿਆਂ ਵਿੱਚ ਵਾਧਾ ਉਦੋਂ ਹੋਇਆ ਜਦੋਂ ਯੂਕਰੇਨ ਆਪਣੇ ਸਹਿਯੋਗੀਆਂ ਨੂੰ ਰੂਸੀ ਟੀਚਿਆਂ ਤੇ ਹਮਲਾ ਕਰਨ ਲਈ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ
ਦੇਣ ਲਈ ਦਬਾਅ ਪਾ ਰਿਹਾ ਹੈ। ਪੱਛਮੀ ਸਹਿਯੋਗੀ ਖਾਸ ਤੌਰ ਤੇ ਅਮਰੀਕਾ ਨੇ ਹੁਣ ਤੱਕ ਮਾਸਕੋ ਨਾਲ ਤਣਾਅ ਵਧਣ ਦੇ ਡਰੋਂ ਇਜਾਜ਼ਤ ਦੇਣ ਦਾ ਵਿਰੋਧ ਕੀਤਾ ਹੈ। ਜਨਰਲ ਸਟਾਫ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਯੂਕਰੇਨ ਨੇ ਮਾਸਕੋ ਦੇ ਕਬਜ਼ੇ ਵਾਲੇ ਕ੍ਰੀਮੀਆ ਪ੍ਰਾਇਦੀਪ ਵਿੱਚ ਇੱਕ ਰੂਸੀ ਕਿਲੋ ਸ਼੍ਰੇਣੀ ਦੀ ਪਣਡੁੱਬੀ ਤੇ ਇੱਕ 400 ਐਂਟੀ 에ਅਰਕ੍ਰਾਫਟ ਮਿਜ਼ਾਈਲ ਕੰਪਲੈਕਸ ਤੇ ਹਮਲਾ ਕੀਤਾ। ਹਵਾਈ ਰੱਖਿਆ ਪ੍ਰਣਾਲੀ ਦੀ ਸਥਾਪਨਾ ਕਰਚ ਸਟ੍ਰੇਟ ਬ੍ਰਿਜ ਦੀ ਸੁਰੱਖਿਆ ਲਈ ਕੀਤੀ ਗਈ ਸੀ, ਜੋ ਕਿ ਰੂਸੀ ਫੌਜ ਨੂੰ ਸਪਲਾਈ ਕਰਨ ਵਾਲੇ ਇੱਕ ਮਹੱਤਵਪੂਰਨ ਲੌਜਿਸਟਿਕਸ ਅਤੇ ਟਰਾਂਸਪੋਰਟੇਸ਼ਨ ਹੱਬ ਹੈ। ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ USA ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।